किसानी अंदोलन दौरान भाजपा के निशाने ते कई किसान आगू रहे। अतवादी खालिस्तानी भी किया गया। अपनी पार्टी बना के हुण 2022 विधान सभा चोणां दे विच नितरन लगी है। हुण पहले खेतीबाड़ी कानून किसान सीगे, हुण सियासतदान बनन जा रहे हैं। पहली टिप्पणी की हो? खालिस्तानी किया सी रुलदू सिंह मानसा ने, ਉਹਦੇ ਟੈਂਟ ਵੀ ਤੋੜਤੇ ਸੀ, ਉਹਦੀਆਂ ਲੱਤਾਂ ਵੀ ਤੋੜਤੀਆਂ ਸੀ ਤੇ ਬੰਦਿਆਂ ਦੀਆਂ, ਤੇ ਉਹਦਾ ਖੁੰਡਾ ਵੀ ਟੇਢਾ ਕਰਤਾ ਸੀ। ਅਸੀਂ ਜਿਹੜੀਆਂ ਗੱਲਾਂ ਕਹਿੰਦੇ ਸੀ ਉਹ ਸਾਰੀਆਂ ਸੱਚ ਸਾਬਤ ਹੋ ਰਹੀਆਂ ਨੇ। ਜੋ ਕੀ ਕਹਿੰਦੇ ਸੀ? ਅਸੀਂ ਇਹ ਕਹਿੰਦੇ ਸੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਆ, ਇਹ ਸਿਆਸਤ ਕਰਨਗੇ, ਕਿਉਂਕਿ ਕਿਸਾਨ ਦਾ ਮੋਢਾ ਲੱਭ ਕੇ ਰਾਜਨੀਤੀ ਕਰਨਾ ਗਲਤ ਆ। किसान तो कहते सी अपने हकों लिए लड़ांगे, क्योंकि जो फीडबैक उन्होंने आई कि हुण हथ नहीं फैलावांगे सियासतदानों के मोरे, अपनी पार्टी बना के जितांगे, सरकार बनावांगे, अपने हक आप लवांगे। और हुण जे उन्हां च दम आपदे दम ते जितण, उन्हां नूं वोटां नहीं पैणीआं। मैं तुहानूं दस्सां, इत्थों ट्रालियां भर राशन पानी सारा उन्हां दा रिहा ते 700 तो वध किसान जिहड़े ने शहीद हो गए। तो तुसीं किवें कह सकदे हो कि अगर केंद्र सरकार ਨੂੰ ਝੁਕਾ ਸਕਦੇ ਨੇ, ਤੇ ਜਿਵੇਂ ਪ੍ਰਧਾਨ ਮੰਤਰੀ ਵੱਲੋਂ ਮਾਫੀ ਵੀ ਮੰਗੀ ਗਈ, ਮੈਂ ਸਮਝਾ ਨਹੀਂ ਸਕਿਆ, ਪ੍ਰਧਾਨ ਮੰਤਰੀ ਨੇ ਤਰਕ ਦਿੱਤਾ, ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵੋਟਾਂ ਨਹੀਂ ਪੈਣਗੀਆਂ ਉਹਨਾਂ ਨੂੰ? ਸਾਡੇ ਸਾਹਮਣੇ ਲੜਨਗੇ ਤੇ ਅਸੀਂ ਤਾਂ ਕਹਿੰਦੇ ਆਓ, ਮੇਰੇ ਸਾਹਮਣੇ ਵੀ ਕੋਈ ਤਗੜਾ ਕਿਸਾਨ ਲੀਡਰ ਭੇਜਣ। ਮੈਂ ਤਾਂ ਇਹ ਵੀ ਕਹਿਣਾ ਰਾਜੇਵਾਲ ਜੀ ਖੁਦ ਹੀ ਆ ਜਾਣ। ਉਹ ਤਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ। ਤਾਂ ਠੀਕ ਆ, ਆਉਣ ਨਾ, ਫਿਰ ਪਤਾ ਲੱਗ ਜੂਗਾ ਕਿੰਨਾ ਕੁ ਮੁੱਖ ਮੰਤਰੀ ਦਾ ਚਿਹਰਾ ਨੇ। किसानी अंदोलन दौरान भाजपा के निशाने ते कई किसान आगू रहे। अतवादी खालिस्तानी भी किया गया। तो हुण खेतीबाड़ी कानून रद्द करवाने तो बाद हुण पंजाब के 22 जथेबंदियां, किसान जथेबंदियां जिहड़ियां दिल्ली के बरूहां ते भी बैठियां सी, हुण वो पंजाब दे विच अपनी पार्टी बना के हुण 2022 विधान सभा चोणां दे विच नितरन लगी है। तो इस वक्त साडे नाल भाजपा आगू ते सीनियर लीडर हरजीत गरेवाल ने। गरेवाल साहब, पहले काफ़ी कुछ भाजपा वालों इन्हां लीडरां बारे बोलिया गया सीगा, ते हुण पहले खेतीबाड़ी कानून किसान सीगे, हुण सियासतदान बनन जा रहे हैं। पहली टिप्पणी की हो? ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਜਿਹੜਾ ਇਹ ਕਹਿੰਦੇ ਨਾ ਅੱਤਵਾਦੀ ਤੇ ਖਾਲਿਸਤਾਨੀ ਕਿਹਾ, ਉਹ ਕਿਸਾਨਾਂ ਨੂੰ ਬਿਲਕੁਲ ਨਹੀਂ ਕਿਹਾ ਕਿਸੇ ਨੇ। ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਸੀ। ਜਥੇਬੰਦੀਆਂ ਦੇ ਲੀਡਰਾਂ ਦਾ ਕਿਤੇ ਸੰਬੰਧ ਹੋ ਸਕਦਾ। ਅਸੀਂ ਨਹੀਂ ਕਿਹਾ ਖਾਲਿਸਤਾਨੀ ਕਿਹਾ ਸੀ ਰੁਲਦੂ ਸਿੰਘ ਮਾਨਸਾ ਨੇ। ਉਹਦੇ ਟੈਂਟ ਵੀ ਤੋੜਤੇ ਸੀ, ਉਹਦੀਆਂ ਲੱਤਾਂ ਵੀ ਤੋੜਤੀਆਂ ਸੀ ਤੇ ਬੰਦਿਆਂ ਦੀਆਂ, ਤੇ ਉਹਦਾ ਖੁੰਡਾ ਵੀ ਟੇਢਾ ਕਰਤਾ ਸੀ। ਉਹ ਆਪਸ 'ਚ ਹੀ ਕਹਿ ਰਹੇ ਸੀ। ਰਾਜੇਵਾਲ ਨੇ ਕਿਹਾ ਸੀ ਤਾਂ 32 ਸਿਕਿਉਰਿਟੀ ਵਾਲੇ ਨਾਲ ਲੈ ਕੇ ਉਹਨੂੰ ਤੁਰਨਾ ਪੈਂਦਾ ਸੀ, ਫਿਰ ਮਾਫੀ ਮੰਗ ਕੇ ਜਾਨ ਛੁਡਾਈ। ਉਹਨਾਂ ਦਾ ਆਪਸੀ ਗੱਲਬਾਤ ਸੀ। ਅੱਜ ਵੀ ਇੱਕ ਦੂਜੇ ਨੂੰ ਕਹਿ ਰਹੇ ਨੇ, ਕੋਈ ਕਾਮਰੇਡ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਠੀਕ ਹੈ। ਔਰ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਸੀ ਉਹ ਸਾਰੀਆਂ ਸੱਚ ਸਾਬਤ ਹੋ ਰਹੀਆਂ ਨੇ। ਜੋ ਕੀ ਕਹਿੰਦੇ ਸੀ? ਅਸੀਂ ਇਹ ਕਹਿੰਦੇ ਸੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਆ, ਇਹ ਸਿਆਸਤ ਕਰਨਗੇ, ਕਿਉਂਕਿ ਕਿਸਾਨ ਦਾ ਮੋਢਾ ਲੱਭ ਕੇ ਰਾਜਨੀਤੀ ਕਰਨਾ ਗਲਤ ਆ। ਕਿਸਾਨ ਨੂੰ ਨਾਲ ਲੈ ਕੇ ਉਹਦੇ ਲਈ ਸੰਘਰਸ਼ ਕਰਨਾ, ਉਹਦੀ ਕੋਈ ਗੱਲ ਮਨਾਉਣਾ, ਉਹਦੇ ਨਾਲ ਨਾ ਇਨਸਾਫੀ ਨਾ ਹੋਵੇ ਉਹ ਕਰਨਾ, ਉਹ ਕੋਈ ਬੁਰੀ ਗੱਲ ਨਹੀਂ ਹੈ। लेकिन किसान तो कहते सी अपने हकों लिए लड़ांगे, क्योंकि जो फीडबैक उन्होंने आई कि हुण हथ नहीं फैलावांगे सियासतदानों के मोरे, अपनी पार्टी बना के जितांगे, सरकार बनावांगे, अपने हक आप लवांगे। मैं ये समझदा कि जिहड़ी गलबात आ ਇਹ ਉਹਨਾਂ ਨੂੰ ਜਿਹੜਾ ਹੱਕ ਲੈਣ ਦੀ ਗੱਲ ਆ, ਹੱਕ ਤਾਂ ਸੰਘਰਸ਼ ਕਰਕੇ ਲਿਆ ਜਾਂਦਾ, ਕੋਈ ਸਿਆਸਤ ਕਰਕੇ ਨਹੀਂ ਲਿਆ ਜਾਂਦਾ। ਔਰ ਹੁਣ ਜੇ ਉਹਨਾਂ 'ਚ ਦਮ ਆਪਦੇ ਦਮ ਤੇ ਜਿੱਤਣ, ਉਹਨਾਂ ਨੂੰ ਵੋਟਾਂ ਨਹੀਂ ਪੈਣੀਆਂ। ਮੈਂ ਤੁਹਾਨੂੰ ਦੱਸਾਂ, ਤੇ ਉਹਨਾਂ ਨੂੰ ਗਲਤਫਹਿਮੀ ਸੀ। ਕਿਸਾਨ ਜਿਹੜੇ ਉੱਥੋਂ ਬਾਰਡਰਾਂ ਤੋਂ ਆਏ ਨੇ, ਉਹ ਆ ਕੇ ਜਿਹੜੇ ਨੇ ਉਹ ਕਾਂਗਰਸੀ ਹੋ ਗਏ ਨੇ, ਉਹ ਕਮਿਊਨਿਸਟ ਹੋ ਗਏ ਨੇ, ਤੇ ਉਹ ਆ ਕੇ ਅਕਾਲੀ ਹੋ ਗਏ ਨੇ, ਉਹ ਆਮ ਆਦਮੀ ਦੇ ਹੋ ਗਏ ਨੇ। ਜੇ ਦਿੱਲੀ ਦੀ ਬਰੂਹਾਂ ਤੇ ਬਹਿ ਕੇ ਲਗਭਗ 1 ਸਾਲ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਬੈਠੇ ਰਹੇ, ਇੱਥੋਂ ਟਰਾਲੀਆਂ ਭਰ ਰਾਸ਼ਨ ਪਾਣੀ ਸਾਰਾ ਉਹਨਾਂ ਦਾ ਰਿਹਾ, ਤੇ 700 ਤੋਂ ਵੱਧ ਕਿਸਾਨ ਜਿਹੜੇ ਨੇ ਸ਼ਹੀਦ ਹੋ ਗਏ। ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਗਰ ਕੇਂਦਰ ਸਰਕਾਰ ਨੂੰ ਝੁਕਾ ਸਕਦੇ ਨੇ, ਤੇ ਜਿਵੇਂ ਪ੍ਰਧਾਨ ਮੰਤਰੀ ਵੱਲੋਂ ਮਾਫੀ ਵੀ ਮੰਗੀ ਗਈ, ਮੈਂ ਸਮਝਾ ਨਹੀਂ ਸਕਿਆ, ਪ੍ਰਧਾਨ ਮੰਤਰੀ ਨੇ ਤਰਕ ਦਿੱਤਾ, ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵੋਟਾਂ ਨਹੀਂ ਪੈਣਗੀਆਂ ਉਹਨਾਂ ਨੂੰ? ਉਹੀ ਕਿਸਾਨ ਨੇ, ਉਹੀ ਦਿੱਲੀ ਦੀ ਬਰੂਹਾਂ ਤੇ ਬੈਠੇ ਲੱਖਾਂ ਕਿਸਾਨ, ਤੇ ਵੋਟਾਂ ਤਾਂ ਪਾ ਹੀ ਦੇਣਗੇ। ਉਹਨਾਂ ਨੂੰ ਮੁਬਾਰਕ ਬਈ, ਪੈ ਜਾਣ। ਸਾਨੂੰ ਕੋਈ ਸਾਡੇ ਸਾਹਮਣੇ ਲੜਨਗੇ ਤੇ ਅਸੀਂ ਤਾਂ ਕਹਿੰਦੇ ਆਓ, ਮੇਰੇ ਸਾਹਮਣੇ ਵੀ ਕੋਈ ਤਗੜਾ ਕਿਸਾਨ ਲੀਡਰ ਭੇਜਣ। ਮੈਂ ਤਾਂ ਇਹ ਵੀ ਕਹਿਣਾ ਰਾਜੇਵਾਲ ਜੀ ਖੁਦ ਹੀ ਆ ਜਾਣ। ਉਹ ਤਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ। ਤਾਂ ਠੀਕ ਆ, ਆਉਣ ਨਾ, ਫਿਰ ਪਤਾ ਲੱਗ ਜੂਗਾ ਕਿੰਨਾ ਕੁ ਮੁੱਖ ਮੰਤਰੀ ਦਾ ਚਿਹਰਾ ਨੇ, ਲੋਕ ਕਿੰਨਾ ਕੁ ਸਮਰਥਨ ਦਿੰਦੇ ਆ। ਤੇ ਅਸੀਂ ਤਾਂ ਕਹਿੰਦੇ ਆ ਮੁਬਾਰਕ ਆ ਉਹਨਾਂ ਨੂੰ।
ਤੇ ਪਹਿਲਾਂ ਵੀ ਉਹ ਹਲਕਾ ਇੰਚਾਰਜ ਰਹੇ ਨੇ ਉੱਥੇ ਅਕਾਲੀ ਦਲ ਦੇ, ਤੇ ਹਲਕੇ ਦਾ ਕੰਮ ਦੇਖਦੇ ਰਹੇ ਨੇ, ਸਮਰਾਲਾ ਹਲਕੇ ਦਾ ਕਾਂਗਰਸ ਦਾ ਵੀ, ਪਰ ਦੋਨਾਂ ਨੇ ਉਹਨਾਂ ਨੂੰ ਧੋਖਾ ਦਿੱਤਾ, ਕਦੇ ਟਿਕਟ ਨਹੀਂ ਦਿੱਤੀ। ਤੇ ਇਸੇ ਤਰ੍ਹਾਂ ਚਰੂਨੀ ਵੀ ਪਹਿਲਾਂ ਆਮ ਆਦਮੀ ਪਾਰਟੀ ਤੋਂ ਚੁਣਾਵ ਲੜਿਆ, ਉਹਨਾਂ ਦੀ ਘਰ ਧਰਮ ਪਤਨੀ ਵੀ ਲੜੀ ਹੈ। ਚਰੂਨੀ ਸਾਹਿਬ ਨੂੰ 1100-1200 ਵੋਟਾਂ ਪਈਆਂ ਸੀ, ਉਹਦੀ ਧਰਮ ਪਤਨੀ ਨੂੰ 2000 ਪੈ ਗਈਆਂ ਸੀ। ਤੇ ਤੁਸੀਂ ਹੁਣ ਰਾਜੇਵਾਲ ਨੂੰ ਕਿੱਥੋਂ ਸਿੱਧਾ ਚੈਲੰਜ ਕਰ ਰਹੇ ਹੋ, ਕੋਈ ਤੁਹਾਡੇ ਸਾਹਮਣੇ ਆ ਕੇ ਲੜੇ? ਅਸੀਂ ਚੈਲੰਜ ਹੀ ਸਭ ਆਖਰ ਉਹਨੇ ਕਿਹਾ ਨਾ ਕਿ 17 ਸੀਟਾਂ ਉਹਨਾਂ ਨੇ ਲੜਨੀਆਂ, ਕੋਈ ਤਾਂ ਲੜੂਗਾ ਹੀ ਆ ਕੇ, ਉਹਨਾਂ ਦਾ ਹੀ ਬੰਦਾ ਲੜੂਗਾ। ਠੀਕ ਹੈ ਨਾ ਗੱਲ? ਸਾਨੂੰ ਕੀ ਇਤਰਾਜ਼ ਆ? ਡੈਮੋਕ੍ਰੇਸੀ ਹੈ, ਸਭ ਨੂੰ ਚੋਣਾਂ ਲੜਨ ਦਾ ਹੱਕ ਆ, ਸਭ ਨੂੰ ਆਪਦੀ ਗੱਲ ਕਹਿਣ ਦਾ ਹੱਕ ਆ, ਪਰ ਇਹਦੇ 'ਚ ਆਹ ਡੈਮੋਕ੍ਰੇਸੀ ਨਹੀਂ ਸੀ ਜਿਹੜਾ ਇਹਨਾਂ ਦਾ ਅੰਦੋਲਨ ਸੀ। ਸਾਨੂੰ ਆਪਦੀ ਗੱਲ ਕਹਿਣ ਦਾ ਹੱਕ ਨਹੀਂ ਸੀ, ਉਹਨਾਂ ਨੂੰ ਹੱਕ ਸੀ। ਇਹ ਕਦੇ ਹੋਇਆ? ਔਰ ਤੁਸੀਂ ਮੀਡੀਆ ਵਾਲੇ ਵੀ ਜਿਹੜੇ ਜ਼ਿਆਦਾ ਚੈਨਲ ਵਾਲੇ ਮੈਂ ਦੇਖਿਆ, ਜਿਹੜੇ ਨੈਸ਼ਨਲ ਚੈਨਲ ਨੇ ਉਹ ਤਾਂ ਠੀਕ ਰਹੇ, ਜਿਹੜੇ ਆ ਬਾਕੀ ਨੇ ਉਹ ਐਵੇਂ ਹੀ ਗਲਤੀ ਪੱਖ ਪੂਰਦੇ ਰਹੇ। ਜੇ ਉਹ ਸਾਡੇ ਤੇ ਜ਼ੁਲਮ ਵੀ ਕਰਦੇ ਸੀ ਤਾਂ ਵੀ ਉਹਨਾਂ ਦਾ ਪੱਖ ਪੂਰ ਦਿੰਦੇ ਸੀ, ਤੇ ਕਿਸਾਨ ਕਰਕੇ। ਔਰ ਤੁਸੀਂ ਸ਼ਹੀਦ ਦੀ ਪਰਿਭਾਸ਼ਾ ਵੀ ਬਦਲਤੀ, ਸਾਨੂੰ ਤਾਂ ਪਤਾ ਨਹੀਂ ਅੱਜ ਕਿਹੜੀ ਸ਼ਹੀਦ ਦੀ ਪਰਿਭਾਸ਼ਾ। ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ, ਇਹ ਸ਼ਹੀਦ ਨੇ। ਠੀਕ ਹੈ ਨਾ ਗੱਲ? ਕਿਸਾਨ ਆਗੂ ਨੇ ਕਿਹਾ ਸੀ ਨਾ ਕਿ ਸਾਡੇ ਕਿਸਾਨ ਸ਼ਹੀਦ ਹੋਏ ਨੇ, ਤੇ ਉਹ ਕਹਿਣ, ਉਹਨਾਂ ਨੂੰ ਹੱਕ ਆ ਬਈ, ਉਹ ਜੋ ਮਰਜ਼ੀ ਕਹਿਣ, ਉਹਨਾਂ ਨੂੰ ਕਿੰਨਾ ਕੁ ਸਤਿਕਾਰ ਆ ਇਸ ਤੋਂ ਪਤਾ ਲੱਗ ਜੂ ਨਾ, ਧਰਮ ਦਾ ਵੀ ਤੇ ਬਾਕੀ ਚੀਜ਼ਾਂ ਦਾ ਵੀ। ਤੁਹਾਨੂੰ ਕਿਉਂ ਲੱਗਦਾ ਕਿ ਵੋਟਾਂ ਨਹੀਂ ਪੈਣਗੀਆਂ, ਕਿ ਉਹਨਾਂ ਨੂੰ ਬਈ ਵੋਟਾਂ ਉਹਨਾਂ ਨੇ ਕੀਤਾ ਕੀ ਹੈ ਜਿਹੜੀਆਂ ਉਹਨਾਂ ਨੂੰ ਪੈਣੀਆਂ ਨੇ? ਕੋਈ ਇਹ ਥੋੜ੍ਹਾ ਕਿ ਅੰਦੋਲਨ ਖੜਾ ਕਰਕੇ ਵੋਟਾਂ ਪੈ ਜਾਂਦੀਆਂ ਨੇ। ਵੋਟਾਂ ਲਈ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਉਦੋਂ ਉਹ ਕਿਸਾਨ ਸੀਗੇ ਤੇ ਕਿਸਾਨਾਂ ਜਿਹੜੀ ਹੈ ਸਿੰਪਥੀ ਜਿਹੜੀ ਉਹ ਕਿਸਾਨਾਂ ਨੂੰ ਮਿਲ ਗਈ, ਤੇ ਕਿਸਾਨ ਇੱਕ ਹੋ ਗਏ ਪੂਰੇ ਦੇਸ਼ ਦੇ ਵਿੱਚ, ਕਈ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਸੀਗੀਆਂ, ਤੇ ਹੁਣ ਤੁਹਾਨੂੰ ਕੀ ਲੱਗਦਾ ਹੁਣ ਸਿਆਸਤਦਾਨ ਬਣ ਗਏ ਨੇ ਤੇ ਇਸ ਕਰਕੇ ਉਹਨਾਂ ਨੂੰ ਨਕਾਰਿਆ ਜਾਊਗਾ? ਦੇਖੋ, ਇਹ ਤਾਂ ਮੈਨੂੰ ਨਹੀਂ ਪਤਾ ਨਕਾਰਿਆ ਜਾਊ ਜਾਂ ਉਹਨਾਂ ਨੂੰ ਪੂਜਿਆ ਜਾਊ, ਤੇ ਪਰ ਜਿਹੜੇ ਇਹ ਅਲੱਗ ਹੋ ਗਏ ਨੇ, ਦੂਸਰੇ ਜਿਹੜੇ ਜਥੇਬੰਦੀਆਂ ਨੇ, ਕਿ ਜਿੱਦਾਂ ਉਗਰਾਹਾਂ ਜਥੇਬੰਦੀ ਆ ਉਹਨਾਂ ਦੇ ਨਾਲ ਨਹੀਂ ਹੈ, ਉਹ ਇਸ ਚੀਜ਼ ਦੇ ਖਿਲਾਫ ਆ। ਜਥੇਬੰਦੀਆਂ ਅਲੱਗ ਨੇ ਤੇ ਉਹ ਇਹਦਾ ਨਿੰਦਾ ਵੀ ਕਰਦੀਆਂ ਵੀ। ਉਹੀ ਮਜ਼ਬੂਤ ਨੇ, ਇਹਨਾਂ ਨਾਲ ਤਾਂ ਬੰਦੇ ਨਹੀਂ ਹੈ, ਕਿਸਾਨ ਨਹੀਂ ਹੈ। ਅਸਲ ਕਿਸਾਨ ਉਹਨਾਂ ਦੇ ਨਾਲ ਨੇ। ਇਹ ਤੁਸੀਂ ਦੇਖਣਾ ਕਿ ਰਾਜੇਵਾਲ ਹਮੇਸ਼ਾ ਭਗੌੜਾ ਹੀ ਹੋਇਆ ਜ਼ਿੰਦਗੀ 'ਚ। ਇਹ ਇਸ ਵਾਰ ਵੀ ਭਗੌੜਾ ਹੋ, ਚੋਣਾਂ ਵੀ ਨਹੀਂ ਲੜਨੀਆਂ ਨੇ, ਤੁਸੀਂ ਦੇਖ ਲੈਣਾ, ਕਿਉਂਕਿ ਇਹ ਪ੍ਰੈਸ਼ਰ 'ਚ ਹਿੱਟ ਬਹੁਤ ਆਉਂਦਾ, ਕਮਜ਼ੋਰ ਆਦਮੀ ਹੈ ਤੇ ਖੜਾ ਨਹੀਂ ਹੋ ਪਾਉਂਦਾ। ਆਦਮੀ ਭਲਾ, ਐਸੀ ਕੋਈ ਗੱਲ ਨਹੀਂ। ਤੇ ਇਹ ਵੀ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਸਕਦੇ ਨੇ। ਹੋਰ ਉਹਨਾਂ ਨੇ ਕਿਹਦੇ ਨਾਲ ਕਰਨਾ? ਪਾਰਟੀ ਉਹਨਾਂ ਦੀ ਆ, ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੋਇਆ ਸੀ। ਵਿੱਚ ਜਿਹੜੀ ਗੁੰਡਾਗਰਦੀ ਕਰਦੇ ਸੀ, ਦੋ ਹੀ ਪਾਰਟੀਆਂ ਦੇ ਲੋਕ ਸੀ, ਸਾਡੇ ਵਰਕਰਾਂ ਤੇ ਜ਼ੁਲਮ ਕਰਦੇ ਸੀ, ਉਹ ਕਿਸਾਨ ਨਹੀਂ ਸੀ ਕਰਦਾ। ਉਹ ਜਾਂ ਤਾਂ ਆਮ ਆਦਮੀ ਪਾਰਟੀ ਦੇ ਬੰਦੇ ਸੀ, ਜਾਂ ਉਹਦੇ 'ਚ ਕਮਿਊਨਿਸਟ ਆ ਜਾਂਦੇ ਸੀ, ਤੇ ਜਾਂ ਇਹ ਕਾਂਗਰਸ ਵਾਲੇ ਸੀ ਬਸ। ਔਰ ਕਾਂਗਰਸ ਪਾਰਟੀ ਕੋਈ ਕਾਰਵਾਈ ਨਹੀਂ ਕਰਦੀ ਸੀ, ਉਹਨਾਂ ਦੀ ਸਰਕਾਰ ਆ, ਤੇ ਨਾਲ ਪੁਲਿਸ ਨੂੰ ਲਗਾ ਰੱਖਿਆ ਸੀ। ਪੁਲਿਸ ਦਾ ਸਿਆਸੀਕਰਨ ਕਾਂਗਰਸ ਨੇ ਕੀਤਾ ਨਾ। ਰਾਜੇਵਾਲ ਕਹਿੰਦੇ ਨੇ ਕਿ ਭਾਜਪਾ ਨੇ ਕਾਨੂੰਨ ਰੱਦ ਕਰਤੇ, ਕਿ ਹੁਣ ਅਸੀਂ ਕਿਉਂ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ। ਭਾਜਪਾ ਦਾ ਵਿਰੋਧ ਨਹੀਂ ਹੋਇਆ, ਕੋਈ ਵੀ ਉਹਨਾਂ ਨੇ ਬਿਆਨ ਦਿੱਤਾ ਭਾਜਪਾ ਲਈ। ਬਈ ਅਸੀਂ ਕਦੋਂ ਕਹਿੰਦੇ ਕਿ ਸਾਡਾ ਵਿਰੋਧ ਨਾ ਕਰੋ? ਬਈ ਸਾਡਾ ਤਾਂ ਵਿਰੋਧ ਕਰੋ, ਠੀਕ ਹੈ। ਲੋਕਾਂ ਨੇ ਦੇਖਣਾ, ਇਨਸਾਫ ਲੋਕਾਂ ਨੇ ਕਰਨਾ, ਜਨਤਾ। ਇਹ ਗੁਰੂ ਸਾਹਿਬ ਨੇ ਵੀ ਕੀ ਕਿਹਾ ਕਿ ਸੰਗਤ ਹੀ ਮੇਰਾ ਰੂਪ ਆ, ਤੇ ਸੰਗਤ ਪ੍ਰਮਾਤਮਾ ਦਾ ਰੂਪ ਆ। ਉਹ ਇਨਸਾਫ ਕਰਨਗੇ, ਤੇ ਜੋ ਉਹਨਾਂ ਦੀ ਇੱਛਾ ਉਹ ਕਹਿੰਦੇ ਰਹਿਣ, ਉਹ ਕਰਦੇ ਰਹਿਣ। ਅਸੀਂ ਉਹਨਾਂ 'ਤੇ ਕੋਈ ਕਮੈਂਟਸ ਨਹੀਂ ਕਰਨੇ। ਸਾਡੇ ਸਾਹਮਣੇ ਆ ਕੇ ਚੋਣਾਂ ਲੜ ਰਹੇ ਆ, ਬਹੁਤ ਅੱਛਾ, ਸਾਡੇ ਲਈ ਬਹੁਤ ਅੱਛਾ। ਕਿਵੇਂ ਮੰਨਦੇ ਹੋ? ਉਹ ਜਿਹੜੀਆਂ ਵੋਟਾਂ ਸਾਨੂੰ ਨਹੀਂ ਪੈਣੀਆਂ ਸੀ, ਉਹਨਾਂ ਨੂੰ ਪੈ ਜਾਣੀਆਂ ਨੇ। ਆਹ ਕਾਂਗਰਸ ਤੇ ਇਹਨਾਂ ਦੇ ਡੱਬੇ ਖਾਲੀ ਜਾਣੇ, ਆਮ ਆਦਮੀ ਦੇ। ਤੁਸੀਂ ਦੇਖੋ ਤਾਂ ਸਹੀ ਕੀ ਹੁੰਦਾ। ਤੁਸੀਂ ਟੱਕਰ ਕਿੰਨਾ ਮੰਨਦੇ ਹੋ? ਭਾਜਪਾ ਕੈਪਟਨ ਨਾਲ ਗੱਠਜੋੜ ਕਰ ਰਹੀ ਹੈ, ਅੱਜ ਵੀ ਕੈਪਟਨ ਅਮਰਿੰਦਰ ਸਿੰਘ ਉੱਥੇ ਗਜਿੰਦਰ ਸ਼ੇਖਾਵਤ ਨਾਲ ਮੀਟਿੰਗ ਕਰ ਰਹੇ ਨੇ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਭਾਜਪਾ ਦਾ ਗੱਠਜੋੜ ਕਿਸੇ ਨਾਲ, ਭਾਵੇਂ ਸੁਖਦੇਵ ਢੀਂਡਸਾ, ਉਹ ਹੋਇਆ, ਲੇਕਿਨ ਤੁਸੀਂ ਕੀ ਮੰਨਦੇ ਹੋ ਕਿ ਕਿੰਨਾ ਟੱਕਰ ਮੰਨਦੇ ਹੋ? ਕਾਂਗਰਸ ਨਾਲ ਮੰਨਦੇ ਹੋ? ਸਾਨੂੰ ਤਾਂ ਕੋਈ ਟੱਕਰ ਸਮਝ ਨਹੀਂ ਆ ਰਹੀ ਦੇਣ ਵਾਲਾ ਸਾਹਮਣੇ। ਸਾਨੂੰ ਅਜੇ ਤੱਕ ਤਾਂ ਸਮਝ ਨਹੀਂ ਆਇਆ। ਹੁਣ ਪਤਾ ਲੱਗ ਜੂਗਾ 10-15 ਦਿਨ ਪਰਿਸਥਿਤੀ ਜਿਹੜੀ ਸਥਿਤੀ ਸਪਸ਼ਟ ਹੋਊਗੀ। ਮੈਂ ਇੱਦਾਂ ਨਹੀਂ ਬੋਲਦਾ ਹੁੰਦਾ ਕੋਈ ਵੀ ਗੱਲ। ਔਰ ਜਿਹੜੀਆਂ ਗੱਲਾਂ ਤੁਹਾਨੂੰ ਪਹਿਲਾਂ ਕਹੀਆਂ ਸੀ, ਉਹ ਸਾਰੀਆਂ ਅੱਜ ਸੱਚੀਆਂ ਨੇ। ਜੇ ਬੰਦਾ ਝੂਠ ਬੋਲਦਾ ਹੋਵੇ ਤਾਂ ਪਤਾ ਲੱਗ ਜਾਂਦਾ। ਮੈਂ ਕਦੇ ਸਵਾਰਥ ਨਾਲ, ਕਦੇ ਉਸ ਨਾਲ। ਇਹ ਤਾਂ ਤੁਸੀਂ ਪਹਿਲੇ ਕਹਿੰਦੇ, ਕਈ ਵਾਰੀ ਇੰਟਰਵਿਊ ਕੀਤੀ, ਤੁਸੀਂ ਕਿਹਾ ਸਿਆਸਤ ਤੋਂ ਪ੍ਰੇਰਿਤ ਹੈ, ਕਿ ਤੁਸੀਂ ਦੇਖੋ ਅੱਗੇ ਹੁੰਦਾ ਕੀ। ਹਾਂ, ਉਹ ਸਾਹਮਣੇ ਆ ਗਿਆ ਨਾ, ਸਾਹਮਣੇ ਆ ਗਿਆ ਵੀ ਚੋਣਾਂ ਹੀ ਲੜਨੀਆਂ ਸੀ। ਗੱਲ ਤਾਂ ਸੀ, ਗੱਲ ਕੋਈ ਕਿਸਾਨ ਦਾ ਹਿੱਤ ਨਹੀਂ ਕੀਤਾ ਇਹਨਾਂ ਨੇ। ਨਾ। ਕਿਸਾਨ ਦਾ ਹਿੱਤ ਕੀ ਸੀ? ਕਾਨੂੰਨ ਰੱਦ ਕਰਾਉਣ ਨਾਲ ਕੋਈ ਕਿਸਾਨ ਦਾ ਹਿੱਤ ਹੋ ਗਿਆ? ਗਲਤ ਹੋਇਆ। ਪਰ ਚਲੋ ਕਿਸਾਨ ਨੂੰ ਐਸਾ ਲੱਗਿਆ, ਸਮਝਾਉਣ 'ਚ ਉਹਨਾਂ ਨੂੰ ਕਾਮਯਾਬ ਹੋ ਗਏ ਜ਼ਰੂਰ ਕਿਸਾਨਾਂ ਨੂੰ, ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ। ਜਦੋਂ ਜੱਟ ਨੂੰ ਕਹਿੰਦੇ ਤੇਰੀ ਜ਼ਮੀਨ ਖੋਹ ਲੈਣੀ ਆ, ਉਹ ਕਹਿੰਦਾ ਆ ਜਾਓ ਫਿਰ ਦੇਖਦਾ। ਉਹ ਤਾਂ ਸਾਡੇ ਨਾਲ ਇੱਦਾਂ ਅੱਖਾਂ 'ਚ ਖੂਨ ਭਰ ਕੇ ਗਏ ਸੀ। ਗੱਲ ਆ ਸੀ, ਉਹ ਤਾਂ ਆਪਦੀ ਜਗ੍ਹਾ ਸੱਚੇ ਸੀ ਜਿਹੜੇ ਸੜਕਾਂ 'ਤੇ ਬੈਠੇ ਸੀ। ਆਹ ਸਮਝਾਉਣ ਵਾਲੇ ਝੂਠੇ ਸੀ, ਤੇ ਉਹ ਝੂਠੇ ਆ ਗਏ ਹੁਣ ਮੈਦਾਨ 'ਚ। ਹੁਣ ਪਤਾ ਲੱਗੂਗਾ।
ਮਤਲਬ ਤੁਹਾਨੂੰ ਲੱਗਦਾ ਕਿ 22 ਜਥੇਬੰਦੀਆਂ ਕਿ ਉਹਨਾਂ ਨੂੰ ਇੱਦਾਂ ਦਾ ਸਟੈਪ ਨਹੀਂ ਚੱਕਣਾ ਚਾਹੀਦਾ ਸੀ? ਅਗਰ ਕਿਸਾਨੀ ਅੰਦੋਲਨ ਦੇ ਵਿੱਚ ਆਏ ਸੀ ਤਾਂ ਜਿਵੇਂ ਚੋਣ ਲੜਨ ਦਾ ਸਭ ਨੂੰ ਹੱਕ ਆ, ਪਾਰਟੀ ਬਣਾਉਣ ਦਾ ਸਭ ਨੂੰ ਅਧਿਕਾਰ ਆ, ਪਰ ਕਿਸਾਨ ਦਾ ਨਾਂ ਲੈ ਕੇ ਨਾ ਕਰਨ, ਆਪਦੇ ਉਸ 'ਤੇ ਆਉਣ। ਠੀਕ ਹੈ ਨਾ ਗੱਲ? ਅਸੀਂ ਕਦੋਂ ਰੋਕਦੇ ਹਾਂ? ਕੋਈ ਵੀ ਪਾਰਟੀ ਆ ਜੇ, 10 ਆ ਜਾਣ, ਚਾਹੇ ਪਾਰਟੀਆਂ 10 ਬੰਦੇ ਆ ਕੇ ਚੋਣਾਂ ਲੜਨ ਕਿਸੇ ਜਗ੍ਹਾ ਤੋਂ, ਡੈਮੋਕ੍ਰੇਸੀ ਸਭ ਨੂੰ ਅਧਿਕਾਰ ਆ। ਪਰ ਮੈਂ ਇਹ ਕਹਿਣਾ ਕਿ ਆਪਦੀ ਗੱਲ ਕਹਿਣ ਦਾ ਵੀ ਸਭ ਨੂੰ ਅਧਿਕਾਰ ਆ। ਜੇ ਮੈਂ ਗੱਲ ਕੋਈ ਬੋਲਦਾ ਤਾਂ ਮੇਰੀ ਗੱਲ ਤੁਸੀਂ ਸੁਣੋ, ਇਹ ਜ਼ਰੂਰੀ ਆ, ਅਤੇ ਤੁਹਾਡੀ ਗੱਲ ਜੇ ਤੁਸੀਂ ਬੋਲਦੇ ਹੋ ਮੈਂ ਸੁਣਾ, ਇਹ ਹੈਲਦੀ ਡੈਮੋਕ੍ਰੇਸੀ ਦੀ ਨਿਸ਼ਾਨੀ ਹੈ। ਇਹ ਨਹੀਂ ਕਿ ਅਸੀਂ ਤੈਨੂੰ ਤੇਰੀ ਗੱਲ ਨਹੀਂ ਬੋਲਣ ਦੇਣੀ, ਅਸੀਂ ਬੋਲਣਾ ਜੋ ਵੀ ਬੋਲਣਾ। ਉਹ ਤਾਂ ਮਾਓਵਾਦੀ ਅਤੇ ਅੱਤਵਾਦੀ ਇੱਦਾਂ ਦੇ ਲੋਕ ਹੀ ਕਰਦੇ ਆ ਨਾ। ਉਹ ਕੋਈ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਇੱਦਾਂ ਦੀ ਗੱਲ ਨਹੀਂ ਕਰਦੇ ਹੈਗੇ। ਠੀਕ ਹੈ। ਉਗਰਾਹਾਂ ਤੇ ਦਰਸ਼ਨਪਾਲ ਨੇ ਵੀ ਕਿਹਾ ਕਿ ਤੁਸੀਂ ਇਹ ਜ਼ਿਕਰ ਨਹੀਂ ਕਰੋਗੇ ਆਪਣੇ ਵੋਟਾਂ ਲੈਣ ਲਈ ਕਿ 32 ਜਥੇਬੰਦੀਆਂ, ਕਹਿੰਦੇ ਤੁਸੀਂ ਉਹ ਹੁਣ ਨਾਮ ਨਹੀਂ ਲਓਗੇ, ਕੋਈ ਵੀ ਉਹ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੋ, ਫਿਰ ਉਹਦੇ ਗੰਭੀਰ ਜਿਹੜੇ ਨੇ ਪ੍ਰਣਾਮ ਹੋਣ। ਉਹ ਕਿਸਾਨ ਜਿਹੜੀ ਇੱਕ ਲੌਬੀ ਬਣੀ ਹੈ ਨਾ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਕਿਸਾਨ ਲੌਬੀ ਨੂੰ ਤਬਾਹ ਕਰਨ ਦੀ, ਆਪਣੇ ਹਿੱਤਾਂ ਲਈ ਸਾਧਣ ਲਈ ਕੋਸ਼ਿਸ਼ ਕਰ ਰਹੇ ਆ। ਆਹ ਫਰਕ ਆ ਦੋਨਾਂ 'ਚ। ਉਹ ਲੋਕਾਂ 'ਚ ਸਾਹਮਣੇ ਆ ਜਾਣਗੇ ਸਾਰੇ ਹੀ। ਮੈਂ ਨਾ ਉਹਦੀ ਪ੍ਰਸ਼ੰਸਾ ਕਰਨਾ ਨਾ ਉਹਦੀ ਨਿੰਦਾ ਕਰਦਾ। ਸਾਡੇ ਲਈ ਤਾਂ ਦੋਨੋਂ ਹੀ ਇੱਕ ਨੇ ਬਈ। ਇਹ ਜਥੇਬੰਦੀਆਂ 'ਚੋਂ ਇੱਕ ਸਾਡੇ ਲਈ ਸਾਂਪਨਾਥ ਹੈ, ਇੱਕ ਨਾਗਨਾਥ ਹੈ। ਠੀਕ ਹੈ ਨਾ ਗੱਲ? ਸਾਡੇ ਸਿੱਧੂ ਵੀ ਬੜੇ ਇਸ ਪੂਰੇ ਅੰਦੋਲਨ 'ਚ ਅਸੀਂ ਦੇਖਿਆ ਸੀ, ਪੂਰੇ ਸਤਰਕ ਰਹੇ ਸੀਗੇ, ਅਤੇ ਉਹਨਾਂ ਨੇ ਕਿਹਾ ਕਿ 22 ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਥੈਲੇ 'ਚੋਂ ਬਾਹਰ ਆ ਗਈਆਂ, ਬਿੱਲੀ ਥੈਲੇ 'ਚੋਂ ਬਾਹਰ ਆ ਗਈਆਂ। ਬਿਲਕੁਲ ਠੀਕ ਕਹਿ ਰਹੇ ਆ, ਠੀਕ ਕਹਿ ਰਹੇ ਆ। ਉਹ ਆਪਸ 'ਚ ਇੱਕ ਦੂਜੇ ਨੂੰ ਕਹਿ ਕੇ ਸਾਰਾ ਕੁਝ ਸਾਹਮਣੇ ਆ ਜਾਊਗਾ। ਸਾਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ ਹੁਣ। ਠੀਕ ਹੈ ਨਾ? ਸਾਡੇ ਲਈ ਤਾਂ ਇਹ ਜਿਹੜੇ ਚੋਣਾਂ ਲੜ ਰਹੇ ਨੇ ਇਹ ਵਰਦਾਨ ਨੇ। ਸਾਨੂੰ ਨਹੀਂ ਕੋਈ ਫਰਕ ਪੈਂਦਾ। ਬੀਜੇਪੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਬੀਜੇਪੀ ਪੰਜਾਬ 'ਚ ਸਭ ਤੋਂ ਬੜੀ ਰਾਜਨੀਤਿਕ ਧਿਰ ਬਣ ਕੇ ਉੱਭਰੇਗੀ, ਇਹ ਪੱਕੀ ਗੱਲ ਹੈ। ਬਿਲਕੁਲ। ਤੇ ਇਹ ਸੀਗੇ ਹਰਜੀਤ ਗਰੇਵਾਲ, ਤੇ ਜਿਨ੍ਹਾਂ ਨੇ ਸਾਫ਼ ਕੀਤਾ ਸੀ, ਦੇਖਿਆ ਸੀਗਾ ਕਿ ਪਹਿਲਾਂ ਵੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਇਹੀ ਕਿਹਾ ਜਾ ਰਿਹਾ ਸੀਗਾ, ਹਰਜੀਤ ਗਰੇਵਾਲ ਹੋਣ ਚਾਹੇ ਹੋਰ ਲੀਡਰ ਹੋਣ ਪੰਜਾਬ ਦੇ, ਕਿ ਇਹ ਸਿਆਸਤ ਨਾਲ ਪ੍ਰੇਰਿਤ ਹੈ। ਤੇ ਹੁਣ ਭਾਜਪਾ ਦੇ ਚਿਹਰੇ ਤੇ ਮੁਸਕਾਨ ਵੀ ਨਜ਼ਰ ਆ ਰਹੀ ਹੈ ਕਿ ਕਿਸਾਨੀ ਜਿਹੜੀ ਅੰਦੋਲਨ ਸੀਗਾ, ਹੁਣ ਉਹ 22 ਜਥੇਬੰਦੀਆਂ, ਜਿਵੇਂ ਕਿ ਕਿਹਾ ਜਾ ਰਿਹਾ ਕਿ ਜੋ ਪ੍ਰੇਰਿਤ ਸੀਗਾ ਉਹੀ ਸਾਬਤ ਹੋਇਆ, ਤੇ ਹੁਣ ਅਸੀਂ ਵੱਡੀ ਪਾਰਟੀ ਜਿਹੜੀ ਭਾਜਪਾ ਹੈ ਉਹ ਪੰਜਾਬ 'ਚ 2017 ਵਿੱਚ ਉੱਭਰ ਕੇ ਸਾਹਮਣੇ ਆਏਗੀ। ਕੈਮਰਾ ਮੁਕੁਲ ਦੇ ਨਾਲ ਤਪਨ ਮਲਹੋਤਰਾ, ਦਾ ਸਮਨ ਨਿਊਜ਼।